ਜਗਮੋਹਨ ਸਿੰਘ ਭੱਟੀ ਐਡਵੋਕੇਟ ਅੱਜ ਤੁਹਾਡੇ ਨਾਲ ਰੂਬਰੂ ਹੈ ਔਰ ਇਸ ਗੱਲ ਦੇ ਉੱਤੇ ਤੁਹਾਡੇ ਨਾਲ ਚਰਚਾ ਕਰਨ ਜਾ ਰਿਹਾ ਹੈ ਕਿ YouTube ਚੈਨਲ ਦਿਲ ਦੀਆਂ ਗੱਲਾਂ ਜਿਹੜਾ ਹੈ ਇਹ ਤੁਹਾਡਾ ਆਪਣਾ ਚੈਨਲ ਹੈ, ਤੁਹਾਡੇ ਦਿਲ ਦੀਆਂ ਗੱਲਾਂ ਕਰਦਾ ਹੈ ਔਰ ਇਹਦੇ ਵਿੱਚ ਇੱਕ ਗੱਲ ਤੁਹਾਡੇ ਧਿਆਨ ਗੋਚਰੇ ਲਿਆਉਣੀ ਬਹੁਤ ਜ਼ਰੂਰੀ ਹੈ। ਅੱਜ ਕਾਨੂੰਨੀ ਪੱਖ ਦੋ ਰੱਖ ਰਿਹਾ ਤੁਹਾਡੇ ਸਾਹਮਣੇ ਕਿ ਜੱਜ ਵੀ ਜਿਹੜੇ ਨੇ ਆਪਣੀ ਕੋਰਟ ਦੀ ਅਵਮਾਨਨਾ ਆਪ ਕਰਦੇ ਨੇ, ਕੰਟੈਂਪਟ ਆਫ ਕੋਰਟ ਕਮਿਟ ਕਰਦੇ ਨੇ। ਹਾਂ, ਹੈਰਾਨੀ ਹੋਈ ਸੁਣ ਕੇ ਇਸ ਗੱਲ ਕਰਦੇ ਨੇ। ਔਰ ਜਿਹੜਾ ਸੈਕਸ਼ਨ 16 ਕੰਟੈਂਪਟ ਆਫ ਕੋਰਟ ਐਕਟ 1971 ਦਾ ਉਹ ਇਸ ਗੱਲ ਦੀ ਪੂਰੀ ਤਰ੍ਹਾਂ ਤਰਜਮਾਨੀ ਕਰਦਾ ਹੈ। 1971 ਤੋਂ ਪਹਿਲੇ 1949 ਪੰਜਾਬ 270 ਫੁੱਲ ਬੈਂਚ ਜਿਹੜਾ ਪੰਜਾਬ ਹਾਈ ਕੋਰਟ ਦਾ ਉਸ ਵੇਲੇ ਜਿਹੜੀ ਸੀ, ਪੰਜਾਬ ਹਾਈ ਕੋਰਟ ਲਾਹੌਰ ਵਿੱਚ ਹੁੰਦੀ ਸੀ, ਉਸਨੇ ਇਹ ਫੈਸਲਾ ਕੀਤਾ ਸੀ ਜੇ ਕੋਈ ਵੀ ਜੱਜ ਕਿਸੇ ਵਕੀਲ ਤੇ ਚਲਾਉਂਦਾ ਹੈ ਤਾਂ ਉਹ ਆਪਣੀ ਕੋਰਟ ਦਾ ਡੈਕੋਰਮ ਜਿਹੜਾ ਹੈ ਮੇਨਟੇਨ ਨਹੀਂ ਕਰਦਾ। ਜੇ ਉਹ ਡੈਕੋਰਮ ਮੇਨਟੇਨ ਨਹੀਂ ਕਰਦਾ ਤਾਂ ਉਸ ਨੇ ਆਪਣੀ ਕੋਰਟ ਦੀ ਕੰਟੈਂਪਟ ਆਫ ਕੋਰਟ ਕਮਿਟ ਕੀਤੀ ਹੈ, ਅਵਮਾਨਨਾ ਕੀਤੀ ਹੈ। ਜੱਜ ਨੂੰ ਕਿਸੇ ਵੀ ਵਕੀਲ ਸਾਹਿਬਾਨ ਦੇ ਉੱਤੇ ਚਲਾਉਣ ਦਾ ਕੋਈ ਹੱਕ ਕਿਸੇ ਤਰ੍ਹਾਂ ਵੀ ਨਹੀਂ ਮਿਲਿਆ। ਇਹ ਕਾਨੂੰਨ ਨੇ ਇਸ ਚੀਜ਼ ਦੀ ਰਿਕੋਗਨੀਸ਼ਨ ਜਿਹੜੀ ਹੈ ਇਹ ਕੀਤੀ। AIR 1949 ਪੰਜਾਬ ਫੁੱਲ ਬੈਂਚ ਪੇਜ 270 ਦੇ ਵਿੱਚ। ਔਰ ਉਸ ਵੇਲੇ ਦੇ ਜੱਜ ਕੌਣ ਸਨ? ਅੰਗਰੇਜ਼ ਜੱਜ ਸਨ, ਅੱਜ ਵਾਲੇ ਜੱਜ ਨਹੀਂ ਸਨ। ਅੱਜ ਵਾਲੇ ਜੱਜ ਜਿਹੜੇ ਨੇ ਉਹ ਇਹ ਵੇਖਦੇ ਨੇ ਕਿ ਅਸੀਂ ਕਿਸ ਤਰ੍ਹਾਂ ਵਕੀਲ ਸਾਹਿਬਾਨ ਦੀ ਜਿਹੜੀ ਆਵਾਜ਼ ਆ ਉਸ ਨੂੰ ਦਬਾ ਸਕਦੇ ਹਾਂ, ਉਸ ਨੂੰ ਬੰਦ ਕਰ ਸਕਦੇ ਹਾਂ। ਉਸ ਦੇ ਜਿਹੜੇ ਚੰਗੇ ਉਪਰਾਲੇ ਜਾਂ ਕਦਮ ਹੋ ਰਹੇ ਨੇ ਉਸ ਨੂੰ ਖਤਮ ਕਰਨ ਦੇ ਕਿਸ ਤਰ੍ਹਾਂ ਕੀਤੇ ਜਾ ਸਕਦੇ ਨੇ, ਤੇ ਉਹਦੇ ਲਈ ਉਹ ਦੋ ਤਿੰਨ ਚੀਜ਼ਾਂ ਦਾ ਆਸਰਾ ਲੈਂਦੇ ਨੇ। ਪਹਿਲੀ ਚੀਜ਼ ਇਹ, ਜਦੋਂ ਕੋਈ ਪਟੀਸ਼ਨ ਆਉਂਦੀ ਹੈ ਤਾਂ ਉਸ ਪਟੀਸ਼ਨ ਨੂੰ ਉਹ ਡਿਸਮਿਸ ਕਰਕੇ, ਰੱਦ ਕਰਕੇ, ਖਾਰਿਜ ਕਰਕੇ ਉਸ ਚੀਜ਼ ਨੂੰ ਜੁਰਮਾਨਾ ਪਾ ਦਿੰਦੇ ਨੇ। 2 ਲੱਖ ਰੁਪਇਆ ਜੁਰਮਾਨਾ ਪਾ ਦਿੱਤਾ, 4 ਲੱਖ ਪਾ ਦਿੱਤਾ, 5 ਲੱਖ ਪਾ ਦਿੱਤਾ। ਇਹ ਕਿਉਂ ਹੁੰਦਾ? ਇਹ ਇਸ ਵਜ੍ਹਾ ਕਰਕੇ ਹੁੰਦਾ ਕਿ ਜਾਂ ਤਾਂ ਜੱਜ ਸਾਹਿਬਾਨ ਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਇਹ ਜਿਹੜਾ ਮੁੱਦਾ ਉਠਾਇਆ ਗਿਆ ਇਹਦਾ ਕੀ ਕੰਸਰਨ ਹੈ। ਜੇ ਉਹਨਾਂ ਨੇ 2 ਜਾਂ 3 ਜੱਜਾਂ ਨੇ ਦੀ ਖੰਡਪੀਠ ਨੇ ਇਹ ਫੈਸਲਾ ਕੀਤਾ ਹੈ ਤਾਂ 2 ਜਾਂ 3 ਜੱਜਾਂ ਦਾ ਓਪੀਨੀਅਨ ਜਿਹੜਾ ਹੈ ਉਹ ਠੀਕ ਨਹੀਂ ਹੋ ਸਕਦਾ। ਇਹ ਫੁੱਲ ਕੋਰਟ ਨੂੰ ਰੈਫਰੈਂਸ ਹੋਣਾ ਚਾਹੀਦਾ ਸੀ ਇਸ ਦਾ। ਇਹ ਸਭ ਤੋਂ ਪਹਿਲੀ ਖਾਮੀ ਹੈ। ਜਦੋਂ ਕਾਸਟ ਪਾਈ ਜਾਂਦੀ ਹੈ ਇਸ ਦਾ ਮਤਲਬ ਇਹ ਹੈ ਵੀ ਅੱਗੇ ਤੋਂ ਕੋਈ ਵੀ ਵਕੀਲ ਜਿਹੜਾ ਹੈ ਉਹ ਜ਼ੁਰਤ ਨਾ ਕਰੇ। ਅੱਜ 20 ਲੱਖ ਵਕੀਲ ਜਿਹੜੇ ਨੇ ਹਿੰਦੁਸਤਾਨ ਦੇ, ਉਹਦੇ ਵਿੱਚੋਂ 12 ਲੱਖ ਵਕੀਲ ਜਿਹੜੇ ਨੇ ਫੇਕ ਡਿਗਰੀ ਹੋਲਡਰ ਨੇ। ਇਹ ਮੈਂ ਨਹੀਂ ਕਹਿੰਦਾ, ਬਾਰ ਕਾਉਂਸਲ ਆਫ ਇੰਡੀਆ ਨੇ 2017 ਦੇ ਵਿੱਚ ਇਹ ਗੱਲ ਕਹੀ ਸੀ, ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪੀ ਸੀ। ਔਰ ਉਹ ਜਿਹੜੀ ਹੈ 12 ਲੱਖ ਦੀ ਆਬਾਦੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੇਸ਼ ਦੀ ਜਿਹੜੀ ਹੈ ਜੁਡੀਸ਼ੀਅਲ ਸਿਸਟਮ ਉਹਦਾ ਘਾਣ ਕਰ ਰਹੀ ਹੈ, ਇਹ ਤੁਹਾਡੇ ਸਾਹਮਣੇ। ਮੈਂ ਇਸ ਚੀਜ਼ ਦਾ ਨੋਟਿਸ ਆਪਣੀ ਬਾਰ ਕਾਉਂਸਲ ਨੂੰ ਦਿੱਤਾ ਬਈ ਤੁਸੀਂ ਦੱਸੋ ਜੀ ਤੁਸੀਂ ਕੀ ਕਾਰਵਾਈ ਕੀਤੀ ਹੈ। ਇੱਥੋਂ ਤੱਕ ਕਿ ਇੱਕ ਮੈਨੂੰ ਯਾਦ ਹੈ ਗੱਲ, ਮੈਂ ਇੱਕ ਰਿਟ ਪਾਈ ਸੀਗੀ 2008 ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ, ਜਿਹਦੇ ਵਿੱਚ ਮੈਂ ਇਹ ਕਿਹਾ ਸੀ ਕਿ ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਦਾ ਜਿਹੜਾ ਸੈਕਟਰੀ ਹੈ ਬਣਾਇਆ ਗਿਆ, ਉਹਦੇ ਕੋਲ ਡਿਗਰੀ ਹੈ ਨਹੀਂ। ਜੇ ਉਹਦੇ ਕੋਲ ਕਾਨੂੰਨ ਦੀ ਡਿਗਰੀ ਹੈ ਨਹੀਂ ਤੇ ਉਹ ਸੈਕਟਰੀ ਸਾਹਿਬ ਬਣ ਗਏ ਨੇ ਬਾਰ ਕਾਉਂਸਲ ਦੇ, ਤੇ ਜਿਹੜੇ ਬਣਾਉਣ ਵਾਲੇ ਸੀ ਉਹਨਾਂ ਨੇ ਕੀ ਵੇਖਿਆ, ਤੇ ਜਿਹੜਾ ਬਣਨ ਵਾਲਾ ਸੀ ਉਹਨੇ ਤਾਂ ਕਿੰਨੇ ਲੋਕਾਂ ਨੂੰ, ਜਿਹੜੇ 25 ਮੈਂਬਰ ਸੀ ਉਹਨਾਂ ਨੂੰ ਬੇਵਕੂਫ ਬਣਾਤਾ ਔਰ ਆਪ ਸਕੱਤਰ ਸਾਹਿਬ ਬਣ ਗਏ। ਇਹ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਔਰ ਉਹਨਾਂ ਨੂੰ ਜਿਹੜਾ ਰਿਜ਼ਾਈਨ ਕਰਨਾ ਪਿਆ ਸੀ ਸੈਕਟਰੀਸ਼ਿਪ ਤੋਂ ਵੀ, ਤੇ ਉਹਨਾਂ ਦਾ ਜਿਹੜਾ ਡਿਗਰੀ ਕੋਈ ਵੀ ਸਾਡੀ ਬਾਰ ਕਾਉਂਸਲ ਦੇ ਜਿਹੜੇ ਕੋਈ ਕਹਿੰਦੇ ਕਹਾਉਂਦੇ ਜਿਹੜੇ ਕੋਈ ਜਿਹਨੂੰ ਕਿਹਾ ਜਾ ਸਕਦਾ ਕਾਰਕੁਨ ਸਨ, ਕਾਰਕੁਨ ਮੈਂ ਇਸ ਲਈ ਯੂਜ਼ ਕੀਤਾ ਜਿਹੜੇ ਕਹਿੰਦੇ ਕਹਾਉਂਦੇ ਸਰਕਰਤਾ ਸੀ, ਬਾਰ ਕਾਉਂਸਲ ਦੇ ਮੈਂਬਰ ਸੀ, ਉਹਨਾਂ ਨੇ ਉਸ ਨੂੰ ਬਚਾਉਣ ਲਈ ਪੂਰੀ ਬਾਹ ਲਾ ਲਈ। ਔਰ ਜਿਹੜੀ ਖੰਡਪੀਠ ਸੀਗੀ ਚੀਫ ਜਸਟਿਸ ਦੀ, ਉਹਨਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਜਿਹੜੀ ਡਿਗਰੀ ਤੁਸੀਂ ਦੇ ਰਹੇ ਹੋ ਇਹਨੂੰ ਕਿਤੇ ਮਾਨਤਾ ਹੀ ਪ੍ਰਾਪਤ ਨਹੀਂ। ਜੇ ਇਹਨੂੰ ਮਾਨਤਾ ਪ੍ਰਾਪਤ ਨਹੀਂ ਤੇ ਇਹੋ ਜਿਹੇ ਜੇ ਸੈਕਟਰੀ ਬਣ ਸਕਦੇ ਨੇ ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਦੇ, ਤੇ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨ ਬਣ ਗਏ, ਬਾਰ ਐਸੋਸੀਏਸ਼ਨਾਂ ਦੇ ਕਈ ਹੋਰ ਅਹੁਦੇਦਾਰ ਬਣ ਗਏ, ਤੇ ਮੈਂ ਇਹ ਵੀ ਕਹਿੰਦਾ ਵੀ ਇਹੋ ਜਿਹੇ ਲੋਕ ਜਿਹੜੇ ਨੇ ਉਹ ਜੱਜ ਵੀ ਬਣ ਗਏ ਨੇ
ਉਹ ਜੁਡੀਸ਼ੀਅਲ ਸਿਸਟਮ ਦੇ ਵਿੱਚ ਕਿੰਨਾ ਉਹਨਾਂ ਨੇ ਖਿਲਵਾੜ ਪੈਦਾ ਕੀਤਾ ਅਨਚੈਕਡ। ਔਰ ਇਹਦੀ ਜ਼ਿੰਮੇਵਾਰੀ ਕਿਹਦੀ ਹੈ? ਬਾਹਰ ਕੌਂਸਲ ਪੀਰੀਓਡਿਕਲੀ ਜਿਹੜੀ ਹੈ, ਹਰ ਜਿਹੜੀ ਹੈ ਸੰਸਥਾ ਜਿਹੜੀ ਵੀ ਲਾਅ ਦੀ ਸਟੱਡੀ ਕਰਾਉਂਦੀ ਹੈ ਉਸ ਦਾ ਇਹ ਇੱਕ ਸਵੱਬ ਬਣਦੀ ਹੈ ਕਿ ਉਹਨਾਂ ਦੀ ਇੰਸਪੈਕਸ਼ਨ ਕਰਦੀ ਹੈ। ਤੇ ਐਸੇ ਕਾਲਜ ਨੇ ਜਿੱਥੇ ਸਿਰਫ ਜਾਓ ਤੁਸੀਂ ਦਾਖਲਾ ਲੈ ਕੇ ਆ ਜਾਓ ਤੇ ਸਿਰਫ ਪੇਪਰ ਦੇਣ ਲਈ ਜਾਣਾ ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਜ਼ਰੂਰਤ ਹੀ ਨਹੀਂ। ਤੇ ਇੱਕ ਮੈਨੂੰ ਯਾਦ ਹੈ ਕੇਰਲਾ ਹਾਈ ਕੋਰਟ ਦਾ ਫੈਸਲਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇੰਨੀ ਅਟੈਂਡੈਂਸ ਜ਼ਰੂਰੀ ਹੈ, ਜੇ ਇੰਨੀ ਅਟੈਂਡੈਂਸ ਨਹੀਂ ਹੋ ਸਕਦੀ ਤਾਂ ਇਸ ਦਾ ਮਤਲਬ ਇਹ ਹੈ ਵੀ ਇਹ ਲਾਅ ਦੀ ਜਿਹੜੀ ਡਿਗਰੀ ਹੈ ਓਬਟੇਨਡ ਬਾਈ ਫਰਾਡ। ਔਰ ਉਹਦੇ ਵਿੱਚ ਉਹਨਾਂ ਨੇ ਇਹ ਵੀ ਦੇਖਿਆ ਸੀ ਕਿ ਇੱਕ ਬੰਦਾ ਡੇਲੀ ਜੌਬ ਕਰਕੇ ਈਵਨਿੰਗ ਕਲਾਸ ਅਟੈਂਡ ਕਰਕੇ ਰਾਤ ਨੂੰ ਵਾਪਸ ਨਹੀਂ ਆ ਸਕਦਾ, ਕਿਉਂਕਿ ਜਿਹੜਾ ਲਾਅ ਕਾਲਜ ਦਾ ਤੇ ਉਹਦੇ ਪਲੇਸ ਆਫ ਪੋਸਟਿੰਗ ਦਾ ਜਿਹੜਾ ਫਾਸਲਾ ਸੀ ਉਹ ਤਕਰੀਬਨ 200 ਕਿਲੋਮੀਟਰ ਤੋਂ ਉੱਤੇ ਸੀ। ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਕਈ ਗੱਲਾਂ ਨੇ, ਕਈ ਐਸੇ ਜਿਹੜੇ ਨੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਸਾਡੇ ਬੈਠੇ ਨੇ ਫੇਕ ਡਿਗਰੀ ਹੋਲਡਰ, ਉਹ ਪਬਲਿਕ ਪ੍ਰੋਸੀਕਿਊਟਰ ਬਣ ਗਏ ਹੋਣਗੇ, ਸਰਕਾਰੀ ਦਰਬਾਰੇ ਉਹਨਾਂ ਦੀ ਪਹੁੰਚ ਹੋ ਗਈ ਹੈ ਔਰ ਉਹਨਾਂ ਨੇ ਇੱਥੋਂ ਤੱਕ ਸਿਸਟਮ ਨੂੰ ਖਤਮ ਤੇ ਕਰਪਟ ਕਰ ਦਿੱਤਾ ਹੈ। ਉਹਨਾਂ ਦਾ ਇਹ ਯੋਗਦਾਨ ਜਿਹੜਾ ਯੋਗਦਾਨ ਹੈ ਸਰਕਾਰ ਦੇ ਹਿੱਤ ਵਿੱਚ, ਲੋਕਾਂ ਦੇ ਹਿੱਤ ਵਿੱਚ ਹੈ ਜਾਂ ਦੇਸ਼ ਦੇ ਹਿੱਤ ਵਿੱਚ ਹੈ, ਇਹ ਕੌਣ ਦੇਖੇਗਾ ਜਾਂ ਕੌਣ ਸਮਝੇਗਾ? ਅੱਜ ਜਿਹੜੇ ਹੈ ਮੈਂ ਕਈ ਵਾਰੀ ਦੇਖਦਾ ਹੈਰਾਨੀ ਹੁੰਦੀ ਹੈ ਉਹਨਾਂ ਲੋਕਾਂ ਤੇ ਜਿਹੜੇ ਕਰਪਟ ਸਿਸਟਮ ਦਾ ਹਿੱਸਾ ਨੇ ਔਰ ਉਹ ਇਹ ਗੱਲਾਂ ਕਹਿੰਦੇ ਨੇ ਕਿ ਅਸੀਂ ਸਿਸਟਮ ਨੂੰ ਸਾਫ਼ ਕਰਨ ਲਈ ਹਰ ਹੀਲਾ ਵਸੀਲਾ ਵਰਤ ਦਿਆਂਗੇ। ਉਹ ਵਰਤਣਾ ਕਦੋਂ ਹੈ? ਤੁਸੀਂ ਤਾਂ ਆਪ ਹੀ ਕਰਪਟ ਸਿਸਟਮ ਦਾ ਹਿੱਸਾ ਰਹੇ ਹੋ। ਮੇਰੇ ਕੋਲ ਕਈ ਐਸੀਆਂ ਉਦਾਹਰਨਾਂ ਨੇ, ਕਈ ਐਸੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਸਕਦਾ। ਜੇ ਇੱਕ ਲਾਅ ਆਫਿਸਰ ਜਿਹੜਾ ਫੇਕ ਡਿਗਰੀ ਹੋਲਡਰ ਹੈ ਉਹ ਐਡਵੋਕੇਟ ਜਨਰਲ ਪੰਜਾਬ ਦੇ ਆਫਿਸ ਵਿੱਚ ਜਾਂ ਹਰਿਆਣਾ ਦੇ ਆਫਿਸ ਵਿੱਚ ਬਹਿ ਸਕਦਾ ਲਾਅ ਆਫਿਸਰ ਦੇ ਤੌਰ ਤੇ, ਜਾਂ ਕਿਸੇ ਹੋਰ ਜਗ੍ਹਾ ਤੇ ਉਹ ਪਬਲਿਕ ਪ੍ਰੋਸੀਕਿਊਟਰ ਬਣ ਸਕਦਾ ਹੈ, ਤਾਂ ਇਸ ਦੇ ਵਿੱਚ ਜਿਹੜੀ ਹੈ ਅਪੁਆਇੰਟਿੰਗ ਅਥਾਰਟੀ, ਉਹ ਅਪੁਆਇੰਟਿੰਗ ਅਥਾਰਟੀ ਨਾ ਹੋ ਕੇ ਡਿਸਅਪੁਆਇੰਟਿੰਗ ਅਥਾਰਟੀ ਫॉर ਦੀ ਪੀਪਲ ਆਫ ਸਟੇਟ ਐਂਡ ਇੰਡੀਆ ਬਣ ਜਾਂਦੀ ਹੈ। ਔਰ ਇਸ ਦੀ ਜ਼ਿੰਮੇਵਾਰੀ ਕਿਹਦੀ ਹੈ? ਅੱਜ ਇਹ ਦੇਖੋ ਕਈ ਐਸੇ ਸੱਜਣ ਨੇ ਜਿਨ੍ਹਾਂ ਦੇ ਉੱਤੇ ਪ੍ਰੋਕਲੇਮਡ ਅਫੈਂਡਰ ਹੋਣ ਦਾ ਜਿਹੜਾ ਦੋਸ਼ ਹੈ ਅੱਜ ਵੀ ਹੈ, ਲੇਕਿਨ ਉਹ ਵੀ ਜੱਜ ਬਣੇ ਫਿਰਦੇ ਨੇ ਔਰ ਵੱਡੀਆਂ ਉੱਚ ਨਿਆਲਿਆਂ ਦੇ ਜੱਜ ਬਣ ਗਏ ਨੇ। ਇਹ ਦੇਖਣ ਵਾਲੀ ਗੱਲ ਹੈ। ਔਰ ਜਦੋਂ ਉਹਨਾਂ ਦਾ ਕੇਸ ਤੇ ਮਾਮਲਾ ਸਾਹਮਣੇ ਆਇਆ ਤਾਂ ਉਸ ਨੂੰ ਜਿਹੜਾ 2 ਲੱਖ ਰੁਪਇਆ ਕੋਸਟ ਪਾ ਕੇ ਉਹ ਖਤਮ ਕਰ ਦਿੱਤਾ ਗਿਆ। ਇਸ ਲਈ ਖਤਮ ਕਰ ਦਿੱਤਾ ਗਿਆ ਕਿਉਂਕਿ ਤੁਸੀਂ ਸਾਡੇ ਵੱਲ ਕਿਵੇਂ ਵੇਖੋਗੇ, ਇਸ ਦਾ ਮਤਲਬ ਇਹ ਹੋਇਆ ਅਸੀਂ ਜੋ ਕੀਤਾ ਠੀਕ ਕੀਤਾ, ਤੁਸੀਂ ਜੇ ਠੀਕ ਨਹੀਂ ਕੀਤਾ ਤੇ ਨਹੀਂ ਕੀਤਾ, ਕਿਉਂਕਿ ਸੁਪਰੀਮ ਕੋਰਟ ਆਫ ਇੰਡੀਆ ਦੀ ਪਾਵਰ ਹੈ ਜੁਡੀਸ਼ੀਅਲ ਸਕਰੂਟਨੀ ਦੀ, ਜੁਡੀਸ਼ੀਅਲ ਰਿਵਿਊ ਦੀ। ਕਿਸੇ ਵੀ ਗੱਲ ਦਾ ਉਹ ਜੁਡੀਸ਼ੀਅਲ ਰਿਵਿਊ ਕਰ ਸਕਦੀ ਹੈ, ਬੜੇ ਆਰਾਮ ਨਾਲ ਕਰ ਸਕਦੀ ਹੈ। ਵੱਡੇ ਤੋਂ ਵੱਡਾ 11 ਜੱਜਿਸ ਦਾ ਫੁੱਲ ਬੈਂਚ ਹੈ, ਜੇ ਖੰਡਪੀਠ ਹੈ ਜਿਸ ਨੇ ਇਸ ਦੇ ਉੱਤੇ ਫੈਸਲਾ ਦਿੱਤਾ ਹੋਇਆ। ਔਰ ਸਾਡੇ ਜਿਹੜੇ ਮਾਨਯੋਗ ਹਾਈ ਕੋਰਟ ਦੇ ਕਈ ਜੱਜ ਸਾਹਿਬਾਨ ਨੇ ਉਹ 11 ਜੱਜਿਸ ਸੁਪਰੀਮ ਕੋਰਟ ਦਾ ਫੈਸਲਾ ਮੰਨਣ ਤੋਂ ਵੀ ਇਨਕਾਰੀ ਹੋ ਜਾਂਦੇ ਨੇ, ਲਿਖ ਦੇਣਗੇ, ਲੇਕਿਨ ਤਾਕਤ ਨਹੀਂ ਹੈਗੀ ਵੀ ਕਿਸ ਗੱਲ ਦੇ ਉੱਤੇ ਇਹ ਫੈਸਲਾ ਨਹੀਂ ਮੰਨਿਆ ਗਿਆ ਜਾਂ ਇਸ ਨੂੰ ਨਹੀਂ ਵਿਚਾਰ ਦੇਣ ਜਾਂਦਾ ਗਿਆ। ਇਹ ਜਿਹੜਾ ਕੋਸਟ ਪਾਉਣ ਦਾ ਜਿਹੜਾ ਰਿਵਾਜ ਚੱਲ ਪਿਆ, ਇਹ ਪਹਿਲਾ ਰਿਵਾਜ ਇਹ ਹੈ ਵੀ ਤੁਸੀਂ ਖੰਗਣਾ ਨਹੀਂ, ਅਸੀਂ ਜੋ ਮਰਜ਼ੀ ਕਰੀਏ, ਹਮ ਕਰੇ ਤੋਂ ਬਦਮਾਸ਼ੀ, ਉਹ ਕਰੇ ਤੋਂ ਲੀਲਾ। ਇਹਦਾ ਰੂਟ ਅੱਗੇ ਇੱਧਰ ਨੂੰ ਵੀ ਜਾਂਦਾ। ਜੇ ਤੁਹਾਨੂੰ ਮੈਂ ਇੱਕ ਗੱਲ ਉਹ ਦੱਸ ਦਿਆਂ ਵੀ ਕੰਟੈਂਪਟ ਪਾ ਦਿਓ, ਜਿਵੇਂ ਪ੍ਰਸ਼ਾਂਤ ਭੂਸ਼ਣ ਜੀ ਦੇ ਉੱਤੇ ਕੰਟੈਂਪਟ ਪਾ ਦਿੱਤੀ ਗਈ ਔਰ ਕਿੱਡੀ ਵੱਡੀ ਜਜਮੈਂਟ ਲਿਖ ਦਿੱਤੀ ਗਈ, ਕਿੰਨਾ ਕੋਰਟ ਦਾ ਜਿਹੜਾ ਟਾਈਮ ਹੈ ਲਾ ਦਿੱਤਾ ਗਿਆ ਔਰ ਅਖੀਰ ਤੇ ਉਹਨਾਂ ਨੂੰ ਸਜ਼ਾ ਕਰਕੇ 1 ਰੁਪਈਆ ਫਾਈਨ ਕਰ ਦਿੱਤਾ ਗਿਆ। ਔਰ ਪ੍ਰਸ਼ਾਂਤ ਭੂਸ਼ਣ ਐਡਵੋਕੇਟ ਸੀਨੀਅਰ ਨੇ, ਸੁਪਰੀਮ ਕੋਰਟ ਦੇ ਨੇ, ਔਰ ਉਹ ਸ਼ਾਂਤੀ ਭੂਸ਼ਣ ਟੌਪ ਦੇ ਜਿਹੜੇ ਵਕੀਲ ਸਨ, ਉਹਨਾਂ ਦੇ ਜਿਹੜੇ ਸਨ ਉਹ ਸਾਹਿਬਜ਼ਾਦੇ ਨੇ, ਉਹਨਾਂ ਨੇ ਇਸ ਦੀ ਅਪੀਲ ਕਰ ਦਿੱਤੀ। ਫਿਰ ਮਾਨਯੋਗ ਸੁਪਰੀਮ ਕੋਰਟ ਨੂੰ ਪੜ੍ਹਨੇ ਪਾ ਦਿੱਤਾ। ਅਜਿਹੀਆਂ ਗੱਲਾਂ ਕੰਟੈਂਪਟ ਆਫ ਕੋਰਟ ਕਰਕੇ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਕਿ ਅਸੀਂ ਵੱਡੇ ਵਕੀਲ ਨੂੰ ਵੀ ਨਹੀਂ ਖੰਗਣ ਦਿੰਦੇ? ਹੋਰ ਤਾਂ ਹੋਰ ਇੱਕ ਜੱਜ ਸਾਹਿਬਾਨ ਸਨ ਜਿਨ੍ਹਾਂ ਦੇ ਉੱਤੇ ਕੰਟੈਂਪਟ ਆਫ ਕੋਰਟ ਕਰਕੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਗਈ।
ਹਾਈ ਕੋਰਟ ਦੇ ਜੱਜ ਸਨ, ਉਹਨਾਂ ਨੂੰ ਸਜ਼ਾ ਦੇ ਦਿੱਤੀ ਗਈ। ਹਾਂ, ਉਹੀ ਗੱਲ ਮੈਂ ਕਹਿ ਰਿਹਾ, ਜਿਸ ਜੱਜ ਸਾਹਿਬ ਵੱਲ ਮੇਰਾ ਇਸ਼ਾਰਾ ਹੈ, ਮੈਂ ਨਾਮ ਨਹੀਂ ਲੈ ਰਿਹਾ, ਲੇਕਿਨ ਤੁਸੀਂ ਸਮਝ ਗਏ ਹੋ। ਉਹਨਾਂ ਦੀ ਦਲੇਰੀ ਜਿਹੜੀ ਸੀ, ਉਸ ਦਲੇਰੀ ਦੀ ਵਜ੍ਹਾ ਕਰਕੇ ਉਹ ਜੱਜਮੈਂਟ ਨਹੀਂ ਦਿੱਤੀ ਗਈ, ਉਹਨਾਂ ਨੂੰ ਅਪੀਲ ਕਰਨ ਦਾ ਰਾਈਟ ਖੋਇਆ ਗਿਆ, ਸਟੈਚੂਟਰੀ ਰਾਈਟ ਆਫ ਅਪੀਲ ਖੋਹ ਲਿਆ ਗਿਆ। ਕਿਉਂ ਖੋਇਆ ਗਿਆ ਬਈ? ਇਹਦਾ ਮਾਨਯੋਗ ਸੁਪਰੀਮ ਕੋਰਟ ਕੀ ਜਵਾਬ ਦੇਗਾ? ਕਿਉਂ ਉਸ ਜਿਹੜੀ ਹੈ ਜੱਜਮੈਂਟ ਨੂੰ ਉਹਨਾਂ ਨੂੰ ਨਹੀਂ ਦਿੱਤਾ ਗਿਆ ਕਿ ਉਹ ਅਪੀਲ ਕਰ ਸਕਣ? ਪਹਿਲੇ ਸਜ਼ਾ ਕੱਟੋ, ਅਪੀਲ ਬਾਅਦ ਵਿੱਚ ਕਰਿਓ। ਕਿੱਡਾ ਵੱਡਾ ਨਿਆਂ ਹੋਇਆ ਦੇਸ਼ ਦੇ ਵਿੱਚ। ਔਰ ਦੇਸ਼ ਦੇ ਲੋਕ ਦੇਖਦੇ ਰਹਿ ਗਏ। ਦੇਸ਼ ਦੇ ਲੋਕ ਜਿਹੜੇ ਨੇ ਆਪਸ ਵਿੱਚ ਗੱਲਾਂ ਕਰਦੇ ਰਹਿ ਗਏ। ਸਰਕਾਰ ਜਿਹੜੀ ਹੈ ਉਹਦੀ ਮਿਲੀ ਭੁਗਤ ਨਾਲ ਇਹ ਕੰਮ ਹੋਇਆ। ਔਰ ਉਹ ਜਿਹੜੇ ਜੱਜ ਸਾਹਿਬਾਨ ਸਨ ਫੈਸਲਾ ਦੇਣ ਵਾਲੇ, ਉਹਨਾਂ ਨੂੰ ਕਿਹੜੀਆਂ ਪੋਸਟਾਂ ਨਾਲ ਨਵਾਜਿਆ ਗਿਆ ਉਹ ਵੀ ਤੁਹਾਨੂੰ ਪਤਾ। ਕਿਸੇ ਨੂੰ ਗਵਰਨਰ ਲਾ ਦਿਓ ਤੇ ਕਿਸੇ ਨੂੰ ਕੋਈ ਸਪੈਸ਼ਲ ਅਹੁਦਾ ਦੇ ਦਿਓ ਕਮਿਸ਼ਨ ਦੇ ਵਿੱਚ, ਕਿਸੇ ਨੂੰ ਕੁਝ ਹੋਰ ਲਾ ਦਿਓ। ਇੱਥੋਂ ਤੱਕ ਕਿ ਤੁਹਾਨੂੰ ਇਹ ਵੀ ਪਤਾ ਹੈ ਰਾਜਨ ਗਗੋਈ ਸਾਹਿਬ ਨੂੰ ਰਾਜ ਸਭਾ ਦਾ ਅਹੁਦਾ ਦੇ ਦਿੱਤਾ ਗਿਆ। ਕਿਉਂਕਿ ਉਹਨਾਂ ਨੇ ਜਿਹੜਾ ਰਾਮ ਮੰਦਿਰ ਜਨਮ ਭੂਮੀ ਦਾ ਫੈਸਲਾ ਜਿਹੜਾ ਸੀ, ਸਰਕਾਰ ਦੇ ਕਹੇ ਮੁਤਾਬਕ, ਸਰਕਾਰ ਦੇ ਲਿਖੇ ਹੋਏ ਜੱਜਮੈਂਟ ਦੇ ਮੁਤਾਬਕ ਉਹਨਾਂ ਨੇ ਸਿਰਫ ਦਸਤਖਤ ਹੀ ਕੀਤੇ ਨੇ, ਆਪਣਾ ਦਿਮਾਗ ਨਹੀਂ ਚਲਾਇਆ। ਇਹ ਤੁਹਾਡੇ ਲਈ ਇੱਕ ਸਨਸਨੀਖੇਜ਼ ਖੁਲਾਸਾ। ਅੱਜ ਤੁਹਾਨੂੰ ਇਹ ਵੀ ਗੱਲ ਇੱਕ ਹੋਰ ਦੱਸ ਦਿਆਂ, ਜਿਹੜੇ ਜੱਜ ਸਾਹਿਬਾਨ ਨੇ ਅਕੀਲ ਕੁਰੈਸ਼ੀ ਜੀ ਨੇ, ਉਹ ਇਸ ਵੇਲੇ ਤ੍ਰਿਪੁਰਾ ਹਾਈ ਕੋਰਟ ਦੇ ਉਹ ਚੀਫ ਜਸਟਿਸ ਨੇ, ਸੀਨੀਅਰ ਮੋਸਟ ਨੇ। ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਨਹੀਂ ਲਿਆਂਦਾ ਗਿਆ। ਕਿਉਂ ਨਹੀਂ ਲਿਆਂਦਾ ਗਿਆ? ਕਿਉਂਕਿ ਉਹਨਾਂ ਨੇ ਅਮਿਤ ਸ਼ਾਹ ਨੂੰ 2010 ਦੇ ਵਿੱਚ ਜਾਂ ਉਸ ਤੋਂ ਪਹਿਲੇ ਇੱਕ ਕੇਸ ਦੇ ਵਿੱਚ ਜੇਲ੍ਹ ਕੀਤੀ ਸੀ। ਅੱਜ ਅਮਿਤ ਸ਼ਾਹ ਹੋਮ ਸੈਕਟਰੀ ਜਿਹੜੇ ਨੇ ਹਿੰਦੁਸਤਾਨ ਦੇ ਨੇ, ਹੋਮ ਮਿਨਿਸਟਰ ਨੇ ਹਿੰਦੁਸਤਾਨ ਦੇ। ਜੇ ਉਹ ਹਿੰਦੁਸਤਾਨ ਦੇ ਹੋਮ ਮਿਨਿਸਟਰ ਨੇ ਤੇ ਇਸ ਦਾ ਮਤਲਬ ਇਹ ਹੈ ਵੀ ਉਹਨਾਂ ਦੀ ਜਿਹੜੀ ਅਪਾਇੰਟਮੈਂਟ ਸੀ, ਐਲੀਵੇਸ਼ਨ ਹੋ ਰਹੀ ਸੀ ਸੁਪਰੀਮ ਕੋਰਟ ਲਈ, ਉਹਦੇ ਵਿੱਚ ਖੱਲਲ ਪਾਇਆ। ਤੇ ਤੁਸੀਂ ਦੇਸ਼ ਦੇ ਲੋਕਾਂ ਨੂੰ ਤਾਂ ਕੀ, ਇੰਟਰਨੈਸ਼ਨਲ ਲੈਵਲ ਤੇ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦਿੱਤਾ? ਜਰਾ ਇਸ ਚੀਜ਼ ਦਾ ਬਿਆਨ ਕੌਣ ਕਰੇਗਾ? ਮਾਨਯੋਗ ਹਾਈ ਕੋਰਟ ਕਰੇਗੀ ਕੋਈ, ਜਾਂ ਮਾਨਯੋਗ ਸੁਪਰੀਮ ਕੋਰਟ ਕਰੇਗੀ? ਜੇ ਇੱਕ ਜੱਜ ਲੋਹੀਆ ਸਾਹਿਬ ਦਾ ਕਤਲ ਹੁੰਦਾ ਔਰ ਉਹਨਾਂ ਨੂੰ ਜਿਹੜਾ ਉਹਨਾਂ ਦੀ ਕਤਲ ਕੇਸ ਦੀ ਫਾਈਲ ਜਿਹੜੀ ਹੈ ਇਸ ਵਜ੍ਹਾ ਕਰਕੇ ਬੰਦ ਹੋ ਗਈ ਕਿਉਂਕਿ ਉਹਨਾਂ ਦਾ ਜਿਹੜਾ ਹਾਈ ਪ੍ਰੋਫਾਈਲ ਕੇਸ ਸੀਗਾ ਜਿਹਦੇ ਨਾਲ ਉਹ ਡੀਲ ਕਰ ਰਹੇ ਸੀ, ਉਹ ਅੱਜ ਜਿਹੜੇ ਨੇ ਸਰਵ ਸ਼ਕਤੀਮਾਨ ਬਣੇ ਫਿਰਦੇ ਨੇ ਐਜ਼ ਏ ਹੋਮ ਮਿਨਿਸਟਰ ਐਂਡ ਪ੍ਰਾਈਮ ਮਿਨਿਸਟਰ। ਬਿਲਕੁਲ ਠੀਕ ਕਹਿ ਰਿਹਾ ਮੈਂ, ਤੁਸੀਂ ਠੀਕ ਸਮਝ ਗਏ ਹੋ। ਉਹਨਾਂ ਦਾ ਜਿਹੜਾ ਕਤਲ ਹੋਇਆ, ਉਸ ਕਤਲ ਦੇ ਉੱਤੇ ਜਿਹੜੀ ਸੁਪਰੀਮ ਕੋਰਟ ਨੇ ਅੱਖਾਂ ਬੰਦ ਕਰ ਲਈਆਂ। ਇਹ ਕੀ ਨਿਆਂ ਦਿੱਤਾ? ਇਹ ਸੁਪਰੀਮ ਕੋਰਟ ਨੇ ਆਪਣੇ ਐਕਟ ਮੁਤਾਬਕ, ਮੇਰਾ ਖਿਆਲ ਹੈ ਕਿ ਉਹਨਾਂ ਨੇ ਆਪਣੇ ਕੋਰਟ ਦੀ, ਸਿਸਟਮ ਦੀ, ਕੌਨਸਟੀਟਿਊਸ਼ਨ ਦੀ ਕੰਟੈਂਪਟ ਕੀਤੀ ਹੈ ਜਾਂ ਨਹੀਂ ਕੀਤੀ, ਇਹਦੇ ਉੱਤੇ ਵਿਚਾਰ ਕੌਣ ਕਰੇਗਾ? ਫਿਰ ਜਿਹੜੇ ਜੱਜ ਸਾਹਿਬਾਨ ਨੇ ਇਹਨਾਂ ਨੂੰ ਐਕਵਿਟ ਕੀਤਾ ਸੀਗਾ ਕੇਸ ਦੇ ਵਿੱਚੋਂ, ਉਹਨਾਂ ਨੂੰ ਚੀਫ ਜਸਟਿਸ ਆਫ ਇੰਡੀਆ ਸਨ, ਉਹਨਾਂ ਨੂੰ ਇਮੀਡੀਏਟਲੀ ਸਾਊਥ ਦੇ ਵਿੱਚ ਗਵਰਨਰ ਲਾ ਦਿੱਤਾ ਗਿਆ ਰਿਟਾਇਰਮੈਂਟ ਹੋਣ ਦੇ 3 ਦਿਨ ਦੇ ਵਿੱਚ। ਤੇ ਜਿਹੜੇ ਵਕੀਲ ਸਾਹਿਬ ਨੇ ਇਹਨਾਂ ਦੋਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦੇ ਕੇਸ ਦੀ ਪੈਰਵਾਈ ਕੀਤੀ ਸੀ, ਉਹਨਾਂ ਨੂੰ ਮਾਨਯੋਗ ਸੁਪਰੀਮ ਕੋਰਟ ਦਾ ਜੱਜ ਲਗਾ ਦਿੱਤਾ ਗਿਆ। ਇਹ ਨਿਆਂ ਕੀ ਹੋਇਆ? ਆਮ ਲੋਕਾਂ ਲਈ ਨਿਆਂ ਕੀ ਤੇ ਆਪਣੇ ਲਈ ਨਿਆਂ ਕੀ? ਇਹ ਦੋ ਵੱਖਰੇ ਪੈਰੀਮੀਟਰ ਕਿਉਂ ਹੋਏ? ਇਹ ਕਾਸਟ ਤੇ ਕੰਟੈਂਪਟ ਆਫ ਕੋਰਟ ਜਿਹੜੀ ਹੈ ਦੋ, ਇਹ ਇੱਕ ਐਸੇ ਅਨਨੋਨ ਸ਼ਬਦ ਨੇ ਜੁਡੀਸ਼ੀਅਲ ਸਿਸਟਮ ਦੇ ਵਿੱਚ। ਜੇ ਕੋਈ ਕੌਨਸ਼ੀਅਸ ਅਵੇਕਨਿੰਗ ਪਰਸਨ ਜਿਹੜਾ ਸਿਸਟਮ ਨੂੰ ਜਗਾਉਣਾ ਚਾਹੁੰਦਾ, ਸਿਸਟਮ ਨੂੰ ਦੱਸਣਾ ਚਾਹੁੰਦਾ, ਤੇ ਕਿਸੇ ਜੱਜ ਦੇ ਵਿੱਚ ਇਹ ਜ਼ਰੂਰਤ ਨਹੀਂ ਅੰਗਰੇਜ਼ਾਂ ਦੇ ਜੱਜਾਂ ਵਾਂਗੂ ਕਿ ਉਹ ਇਸ ਚੀਜ਼ ਦੀ ਪ੍ਰਮਾਣਿਕਤਾ ਨੂੰ ਮਾਪ ਸਕਣ, ਸਹੀ ਸਿੱਧ ਕਰ ਸਕਣ, ਔਰ ਜਿੰਨੇ ਲੀਗਲ ਲਿਮਿਨਰੀਜ਼ ਨੇ ਉਹਨਾਂ ਤੋਂ ਇਸ ਚੀਜ਼ ਦਾ ਵਿਚਾਰ ਲੈ ਸਕਣ। ਹੋਰ ਤਾਂ ਹੋਰ ਸਾਡੇ ਲਾ ਮਿਨਿਸਟਰ ਜਿਹੜੇ ਰਹੇ ਪਿਛਲੇ 5-6 ਸਾਲਾਂ ਦੇ ਵਿੱਚ, ਉਹਨਾਂ ਦੀ ਵੀ ਕਾਰਗੁਜ਼ਾਰੀ ਜਿਹੜੀ ਸੀ, ਟੌਪ ਮੋਸਟ ਐਡਵੋਕੇਟ ਹੋਣ ਦੇ ਬਾਵਜੂਦ ਵੀ, ਸੀਨੀਅਰ ਐਡਵੋਕੇਟ ਹੋਣ ਦੇ ਬਾਵਜੂਦ ਵੀ ਇੱਕ ਨਿਰਾਸ਼ਾਜਨਕ ਪ੍ਰੂਵ ਹੋਈ। ਇਹ ਸਾਰੀਆਂ ਨਿਰਾਸ਼ਾਵਾਂ ਕਿਉਂ ਆਉਂਦੀਆਂ? ਹੋਰ ਤਾਂ ਹੋਰ ਕੰਟੈਂਪਟ ਆਫ ਕੋਰਟ ਐਕਟ ਦੇ ਵਿੱਚ ਜਿਹੜਾ ਸੈਕਸ਼ਨ 16 ਉਹਦੇ ਮੁਤਾਬਕ ਜਿਹੜੀ ਹੈ ਜੱਜ ਸਾਹਿਬਾਨ ਵੀ ਜਦੋਂ ਕੰਟੈਂਪਟ ਆਫ ਕੋਰਟ ਕਮਿਟ ਕਰਦੇ ਨੇ ਤੇ ਉਹਦੇ ਅਧੀਨ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ।
ਜੇ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ ਤਾਂ ਫਿਰ ਮਾਨਯੋਗ ਹਾਈ ਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਜਿਹੜੇ ਨੇ ਉਹ ਆਰਟੀਕਲ 129 ਕਨਸਟੀਟਿਊਸ਼ਨ ਆਫ ਇੰਡੀਆ ਤੇ ਆਰਟੀਕਲ 215 ਕਨਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਕ ਇਸ ਚੀਜ਼ ਦੇ ਵਿੱਚ ਕਿਉਂ ਨਹੀਂ ਆਉਂਦੇ ਕਿ ਉਹ ਇਮਿਊਨਿਟੀ ਜਿਹੜੀ ਹੈ ਜੱਜਾਂ ਨੂੰ ਮਿਲੀ ਹੋਈ ਹੈ ਉਸ ਨੂੰ ਇੰਜੋਏ ਕਰਦੇ ਨੇ ਜਾਂ ਨਹੀਂ ਕਰਦੇ। ਇਹ ਆਪਣੇ ਆਪ ਦੇ ਵਿੱਚ ਤੁਹਾਡੇ ਲਈ ਬੜਾ ਵੱਡਾ ਸਵਾਲ। ਗੱਲਾਂ ਅਜਿਹੀਆਂ ਹੀ। ਮੇਰੀ ਇਹ ਵੀਡੀਓ ਅੱਛੀ ਲੱਗੀ ਹੋਵੇ ਇਸ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਸ਼ੇਅਰ ਕਰੋ, ਵੱਧ ਤੋਂ ਵੱਧ ਆਪਣੇ ਵਿਚਾਰ ਦਿਓ। ਜ਼ਿਆਦਾ ਗੱਲਾਂ ਨਹੀਂ ਅੱਜ ਇੰਨੀਆਂ।